ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ SP ਸਿੰਘ ਉਬਰਾਏ ਵੱਲੋਂ ਸਮੁੱਚੇ ਪੰਜਾਬ ਅਤੇ ਹੋਰ ਕਈ ਪ੍ਰਾਂਤਾਂ ਵਿੱਚ ਮੈਡੀਕਲ ਅਤੇ ਸਿੱਖਿਆ ਨਾਲ ਸੰਬੰਧਿਤ ਕਈ ਸੇਵਾਵਾਂ ਚੱਲ ਰਹੀਆਂ ਹਨ। ਇਸੇ ਕੜੀ ਤਹਿਤ ਟਰੱਸਟ ਦੀ ਮੋਗਾ ਇਕਾਈ ਵੱਲੋਂ ਚੱਲ ਰਹੀਆਂ ਸੇਵਾਵਾਂ ਸੰਬੰਧੀ ਇੱਕ ਵਿਸ਼ੇਸ਼ ਸੈਮੀਨਾਰ ਹੋਇਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਰੂਰਲ NGO ਦੇ ਸਾਡੇ ਮੈਂਬਰ ਸਾਹਿਬਾਨ, ਅਹੁਦੇਦਾਰ ਸਾਹਿਬਾਨ ਅਤੇ ਇਸ ਸੰਸਥਾ ਦੇ ਬਹੁਤ ਹੀ ਮਿਹਨਤੀ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਅੱਜ ਦਾ ਜੋ ਸਮਾਗਮ ਆ, ਸਾਡਾ ਛੋਟਾ ਜਿਹਾ ਸੈਮੀਨਾਰ ਆ, ਤੁਹਾਡੇ ਨਾਲ ਇੱਕ ਰੂਬਰੂ ਪ੍ਰੋਗਰਾਮ ਆ, ਜਿਸ ਵਿੱਚ ਅਸੀਂ ਸਾਡੀ ਸੰਸਥਾ ਦੇ ਵਿੱਚ ਕਿਹੜੇ ਪੜ੍ਹਾਈ ਤੋਂ ਬਿਨਾਂ, ਤੁਹਾਡੇ ਕੋਰਸ ਤੋਂ ਬਿਨਾਂ ਹੋਰ ਕੀ ਕਾਰਜ ਚੱਲ ਰਹੇ ਆ, ਜਿਸ ਵਿੱਚ ਸਮਾਜ ਸੇਵਾ ਦੇ ਨਾਲ ਸੰਬੰਧਿਤ ਕਾਰਜ ਨੇ, ਉਹ ਸਾਰੇ ਕਾਰਜਾਂ ਦੇ ਸੰਬੰਧੀ ਪੂਰੀ ਡਿਟੇਲ ਦੇ ਨਾਲ ਸਾਡੇ ਜੋ ਪ੍ਰਬੰਧਕ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ, ਉਹ ਤੁਹਾਡੇ ਨਾਲ ਉਹਨਾਂ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦੇਣਗੇ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਇਸ ਸੰਸਥਾ ਦੇ ਵਿੱਚ ਕੋਈ ਵਿਦਿਆਰਥੀ 6 ਮਹੀਨੇ ਦਾ ਕੰਪਿਊਟਰ ਕੋਰਸ ਕਰਨ ਆਇਆ, ਕੋਈ ਵਿਦਿਆਰਥੀ ਇੱਥੇ ਪਾਰਲਰ, ਕੋਈ ਵਿਦਿਆਰਥੀ ਸਟਿਚਿੰਗ ਜਾਂ ਕੋਈ ਹੋਰ ਕੋਰਸ ਕਰਨ ਆਇਆ। ਇਸ ਸੰਸਥਾ ਦੇ ਕੀ ਨਿਯਮ ਆ, ਕਿਸ ਤਰ੍ਹਾਂ ਇਹ ਸੰਸਥਾ ਚੱਲਦੀ ਆ, ਕਿਸ ਤਰ੍ਹਾਂ ਤੁਹਾਨੂੰ ਇਹ ਸੰਸਥਾ ਸਿੱਖਿਆ ਪ੍ਰਦਾਨ ਕਰ ਰਹੀ ਹੈ, ਉਸ ਦੇ ਸੰਬੰਧੀ ਪੂਰੀ ਜਾਣਕਾਰੀ ਸਾਡੀ ਇਸ ਸੰਸਥਾ ਦੇ ਅਹੁਦੇਦਾਰ ਸਾਹਿਬਾਨ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਦੇਣਗੇ ਤੇ ਹੋਰਾਂ ਤੱਕ ਵੀ ਪਹੁੰਚਾਉਣਾ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ, ਸਾਡੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ ਸਾਹਿਬਾਨ ਅਤੇ ਰੂਰਲ NGO ਦੇ ਅਹੁਦੇਦਾਰ ਸਾਹਿਬਾਨ ਅਤੇ ਸਾਡੇ ਜ਼ਿਲ੍ਹਾ ਮੋਗਾ ਦੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਸਰਦਾਰ ਗੁਰਸੇਵਕ ਸਿੰਘ ਜੀ ਸੰਨਿਆਸੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਬੱਚਿਆਂ ਦੇ ਨਾਲ ਰੂਬਰੂ ਹੋਣ। ਬੱਚੋ, ਸਾਰੇ ਟੀਚਰ ਸਾਹਿਬਾਨ ਤੇ ਸਾਡੇ ਮੈਂਬਰ ਸਾਹਿਬਾਨ, ਪਹਿਲਾਂ ਤਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਜੇ ਆਪਣੀ ਜਿਹੜੀ ਸੰਸਥਾ ਚੱਲਦੀ ਹੈ ਨਾ, ਇਹ ਪੁੱਤ ਆਪਾਂ ਇੱਕ ਪਰਿਵਾਰ ਹੋ ਕੇ ਚਲਾਉਣੇ ਆ। ਤੁਸੀਂ ਇਕੱਲੇ ਵਿਦਿਆਰਥੀ ਨਹੀਂ, ਤੁਸੀਂ ਇਸ ਸੰਸਥਾ ਦੇ ਮੈਂਬਰ ਵੀ ਹੋ, ਕਿਉਂਕਿ ਜੋ ਆਪਣੀ ਸੰਸਥਾ ਕੰਮ ਕਰਦੀ ਹੈ, SP ਉਬਰਾਏ ਜੋ ਕਰੀ ਜਾਂਦੇ ਆ, ਅਸੀਂ ਵੀ ਇੱਕ ਇਹਦੇ ਮੈਂਬਰ ਬਣ ਕੇ ਕਰਦੇ ਹਾਂ। ਪਰ ਲੇਕਿਨ ਉਹ ਜੋ ਕੰਮ ਉਹ ਕਰ ਰਹੇ ਆ, ਮੇਰਾ ਖਿਆਲ ਹੈ ਵੀ ਕੋਈ ਵੀ ਸੰਸਥਾ ਆਪਣੇ ਪੰਜਾਬ ਦੇ ਵਿੱਚ ਨਹੀਂ ਕਰ ਸਕਦੀ, ਕਿਉਂਕਿ ਕੋਵਿਡ ਦੇ ਵਿੱਚ ਜਿੰਨਾ ਕੰਮ ਉਹਨਾਂ ਨੇ ਕੀਤਾ ਜਾਂ ਜੋ ਸਮਾਨ ਉਹਨਾਂ ਨੇ ਕੋਵਿਡ ਦੇ ਵਿੱਚ ਭੇਜਿਆ, ਮੇਰਾ ਖਿਆਲ ਆ ਵੀ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ, ਕਿਉਂਕਿ ਸਾਨੂੰ ਹਦਾਇਤਾਂ ਸੀ ਵੀ 500 ਦਾ ਜਾਂ 2000 ਦਾ ਸਮਾਨ ਦੇ ਕੇ ਤੇ ਅਗਲੇ ਨੂੰ ਫੋਟੋ ਨਹੀਂ ਖਿਚਾ ਕੇ ਉਹਦੇ ਕਹਿਣ ਨੂੰ ਜਲੀਲ ਕਰਨਾ। ਐਡੀ ਵੱਡੀ ਸੋਚ ਦੇ ਮਾਲਕ ਆ ਉਹ ਸ਼ਖਸ, ਕਿਉਂਕਿ ਜਿਹੜੇ ਉਹ ਕੰਮ ਕਰਦੇ। ਲਾਈਵ ਚੱਲਦੀ ਆਪਣੀ, ਇਹਦੇ ਬਾਰੇ ਲੋਕਾਂ ਨੂੰ ਦੱਸੋ, ਕਿਉਂਕਿ ਜਿਹੜਾ ਆਪਣਾ ਲਾਈਵ ਚੱਲਦੀ ਹੈ ਜਾਂ ਆਪਣੇ ਜਿਹੜੇ ਤੁਹਾਡੇ ਫ੍ਰੀ ਸੈਂਟਰ ਚੱਲਦੇ ਹੈ, ਕਿਉਂਕਿ ਉਹ ਚੀਜ਼ਾਂ ਦਾ ਲੋਕਾਂ ਨੂੰ ਫਾਇਦਾ ਹੋਵੇ ਔਰ ਲੋਕਾਂ ਨੂੰ ਦੱਸੇ ਚੱਲੇ। ਜੇ ਕੋਈ ਇਕੱਲਾ ਬੰਦਾ ਗੱਲ ਕਰੂ, ਗੱਲ ਕੁਛ ਹੋਰ ਆ, ਜੇ ਤੁਸੀਂ ਜਾ ਕੇ ਦੱਸੋਗੇ ਉਹਦੇ ਨਾਲ ਤੁਹਾਨੂੰ ਇਕੱਲਾ ਇਹ ਨਹੀਂ ਵੀ ਅਸੀਂ ਇੱਥੇ ਸਟੀਚਿੰਗ ਹੀ ਸਿੱਖਣੀ ਹੈ, ਹੋਰ ਵੀ ਜਦੋਂ ਸਮੇਂ 'ਤੇ ਬੱਚੀਆਂ ਇੱਥੋਂ ਅੱਗੇ ਵੀ ਸਿੱਖ ਕੇ ਗਈਆਂ, ਕਿਉਂਕਿ ਬਹੁਤ ਸਮਾਂ ਹੋ ਗਿਆ ਇਹਨੂੰ ਚੱਲਦੇ ਨੂੰ। ਮਤਲਬ ਇਹ ਹੈ ਵੀ ਜਿਹੜਾ ਆਪਾਂ ਇੱਥੇ ਆ ਗਏ ਅਤੇ ਮਤਲਬ ਮੇਰਾ ਪੁੱਤ ਇਹ ਨਹੀਂ ਵੀ ਅਸੀਂ ਘਰੋਂ ਟਾਈਮ ਪਾਸ ਕਰਨ ਆ ਗਏ, ਅਤੇ ਸਿੱਖ ਕੇ ਜ਼ਰੂਰ ਜਾਇਓ ਕੁਛ। ਜੇ ਸਿੱਖ ਕੇ ਜਾਓਗੇ ਅਤੇ ਤੁਸੀਂ ਗਾਂਹ ਕਿਸੇ ਨੂੰ ਦੱਸੋਗੇ, ਸਾਨੂੰ ਵੀ ਮਾਣ ਹੋਊਗਾ ਵੀ ਸਾਡੀ ਸੰਸਥਾ 'ਚੋਂ ਬੱਚਾ ਸਿੱਖ ਕੇ ਗਿਆ। ਕਿਉਂਕਿ ਜੇ ਤੁਸੀਂ ਗਾਂਹ ਕੋ ਆਪਦਾ ਕੈਰੀਅਰ ਬਣਾਉਣਾ ਅਤੇ ਸਾਨੂੰ ਵੀ ਹੋਊਗਾ ਵੀ ਯਾਰ ਤੁਸੀਂ ਕੁਛ ਸਿੱਖਿਆ। ਜੇ ਤੁਸੀਂ ਕੁਛ ਸਿੱਖਿਆ ਤਾਂ ਕੋਈ ਗਾਂਹ ਵੰਡੋਗੇ, ਜੇ ਤੁਸੀਂ ਨਾ ਸਿੱਖਿਆ ਤਾਂ ਗਾਂਹ ਨਹੀਂ ਵੰਡਣਾ। ਕਿਉਂਕਿ ਮਤਲਬ ਮਾੜਾ ਦੌਰ ਚੱਲ ਪਿਆ ਸਾਡੇ ਤਕਰੀਬਨ ਨਸ਼ੇ ਦਾ। ਇੱਕ ਨਿਰਜਕ ਡਰਿੰਕ ਚੱਲੀ ਹੈ ਜਿਹੜੀ, ਉਹ ਅਸੀਂ ਆਮ ਪੀਂਦੇ ਆ ਸਾਡੇ ਬੱਚੇ, ਆਮ ਹੀ। ਮੈਂ ਅੱਜ ਹੀ ਸਵੇਰੇ ਫੇਸਬੁੱਕ 'ਤੇ ਦੇਖੀ ਜਾਂਦਾ ਸੀ, ਮੈਂ ਤੁਹਾਡੇ ਨਾਲ ਗੱਲ ਤਾਂ ਸ਼ੇਅਰ ਕਰਨ ਲੱਗਾ। ਉਹਦੇ ਵਿੱਚ ਕੋਕੀਨ ਦੀ ਮਾਤਰਾ ਪੈਂਦੀ ਹੈ। ਅਸੀਂ ਸਵਾਦ ਦੇ ਮਾਰੇ ਪੀ ਵੀ ਤਾਂ ਜਾਂਦੇ ਹਾਂ ਜਾਂ ਬੱਚਿਆਂ ਨੂੰ ਪਿਆਈ ਤਾਂ ਜਾਂਦੇ ਹਾਂ, ਅਤੇ ਪਰ ਉਹ ਇੰਨੀ ਕੁ ਸਾਡੇ ਲਈ ਹਾਨੀਕਾਰਕ ਹੈ ਕਿ ਗਾਂਹ ਜਾ ਕੇ ਬੱਚਾ ਨਸ਼ੇ ਦਾ ਆਦੀ ਹੋ ਜਾਂਦਾ। ਉਹ ਕਿਉਂਕਿ ਤੁਸੀਂ ਵਾਲਾ ਦੱਸ ਸਕਦੇ ਆ,
ਵੀ ਇਹਨੂੰ नहीं पीना। जे साडे वर्गा दसू अगला कहना बुढ़ा ठेरा इहनूं की पता पीना कि नहीं पीना। मतलब वो गल्लां तो वरजना तुसीं आ पुत्त, क्योंकि जे वरजोगे तो गांह दी गांह अपनी चैन चली तुरी जाऊगी। जे असी सेवा के खेत्र तक पहुँचे हैं तो असी भी किसी का लड़ फड़ के पहुँचे पुत्त, जे तुसीं पहुँचोगे तो तुसीं भी किसी का लड़ फड़ के पहुँचोगे। मेरियां तो इन्नियां क बेनतियां ते इन्नियां क जिहड़ी धीआं हुंदियां, धीआं दे हत्थ मापिआं दी सरदारी हुंदी है आम तकरीबन। मैं कहना क्योंकि जे धी चाहे तो मापिआं दी पग पैरां 'च लिया दिंदी है, धी चाहे तो मापिआं नूं आसमान ते बाह दिंदी है। इन्नियां क बेनतियां मेरियां भी साडियां धीआं बन के तो कुछ सीख के निकलिओ। इन्नियां क बेनतियां करदा होया फतेह प्रवान करनी। वाहिगुरू जी का खालसा, वाहिगुरू जी की फतेह। साडे बहुत ही सत्कारयोग समाज सेवा सोसाइटी के प्रधान ते सरबत दा भला चैरिटेबल ट्रस्ट के मैंबर गुरसेवक सिंह सन्यासी जी, मैडम नरजीत, जसवीर, साडे टीचर साहबान कंप्यूटर वाले जसवंत सिंह जी पुराने वाला और साडे ट्रस्ट के मैंबर पवनदीप पुरबा जी अते प्यारे बच्चों, जिस तरह तुहानू जसवंत सिंह जी ने और गुरसेवक सिंह सन्यासी जी ने दस्सिया ना कि जिहड़ा ट्रस्ट है तुहाडा है, जिहड़ी ये संस्था जिथे तुसीं आए हैं ये तुहाडी है, ये तुहाडे सहयोग नाल ही चलनी है। कुछ क साडे विद्यार्थी जिहड़े पुराने भी बैठे हैं ते ज़्यादा नवे हैं। मैं दसदा तुहानूं कि जिहड़ी साडी संस्था है साडी एक पेंडू क्लब्बां दी एक नैटवर्क सीगा और जिहड़ा पेंडू क्लब्बां दा नैटवर्क सीगा उहदे च असीं लगभग 170-80 क्लब्बां इकट्ठियां होईयां सी और असीं लोक भलाई दे काम जिन्हां दे विच टूरनामेंट, खूनदान कैंप, लड़कियां वास्ते सिलाई कढ़ाई और कुकिंग दे कैंप असीं लाउंदे हुंदे सी। और अज तो लगभग 7-8 साल पहलां साडी जिहड़ी रूरल NGO क्लब एसोसीएशन एक संस्था सी जिहड़ी जिहदे तहत असीं ये लोक भलाई दे काम करदे सीगे, उस नूं सरबत दा भला चैरिटेबल ट्रस्ट डॉक्टर SP सिंह बराए साहब ने सानू अडोप्ट कर लिया, सानू गोद ले लिया एक तरह नाल भी तुसीं भी ये काम करदे हो और मैं भी आपदे कोलों पैसे ला के काम करना चाहुंदा ते तुसीं मेरा ये ट्रस्ट भी नाल चलाओ। ते उस तो बाद ਜ਼ਿਲ੍ਹੇ ਮੋਗੇ ਦੇ ਵਿੱਚ ਅਸੀਂ डॉक्टर SP सिंह बराए ਦਾ ਸਰਬੱਤ ਦਾ ਭਲਾ ਜਿਹੜਾ ਚੈਰੀਟੇਬਲ ਟਰਸਟ ਹੈ ਉਹਦੀ ਇੱਥੋਂ ਦੇ ਇੱਕ ਮੈਨੇਜਮੈਂਟ ਟਰਸਟ ਬਣਾਇਆ। ਲਗਭਗ ਅਸੀਂ 12-13 ਬੰਦੇ, ਜਿਹਦਾ ਪਹਿਲਾ ਪ੍ਰਧਾਨ ਮੈਂ ਬਣਿਆ 6 ਸਾਲ ਵਾਸਤੇ। ਹੁਣ ਇਸ ਵੇਲੇ ਸਾਡੇ ਪ੍ਰਧਾਨ ਮਹਿੰਦਰਪਾਲ ਲੂੰਬਾ ਜੀ ਹੈ। ਸੋ ਅਸੀਂ ਜਿੰਨੇ ਵੀ ਇਹ ਲੋਕ ਭਲਾਈ ਦੇ ਕੰਮ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਅੱਜ ਇੱਥੇ ਬੈਠੇ सिलाई और कंप्यूटर फ्री ऑफ कॉस्ट है, किसी तरह का किसी तो कोई भी पैसा नहीं लिया जाना और थोनू 6 महीनों बाद जिहड़ा बच्चा पास हुंदा है उन्होंने सर्टिफिकेट भी देना। और जिहड़े कुकिंग दे है साडे सर्टिफिकेट जिन्हां राहीं तुसीं, क्योंकि कुकिंग का एक ऐसा सिस्टम है जो असीं काम करते ना, असीं पहलां जो नौजवान हुंदे सी अज तो मतलब 30 साल पहलां की गल जे करिए तो साडा सारा जोर लग्या हुंदा सी टूरनामेंट कराउण ते। जिन्हों अज असीं सोचते बह के टूरनामेंटां 'च 1% भी असीं खट्टिया नहीं, 0 खट्टिया। क्यों? अज के जमाने 'च यह भी टूरनामेंटां ते जिन्ना सारा जोर लग्या खिडारियां दा वो नशे करके, टीके करके, गोलियां करके खेडदे आ। कोई आपदा मतलब सरीरक जोर ना नहीं खेडदे, नशे ना खेडदे। उदों साडे वेले भी हजे शुरू होया सी काम, पर सानू एक साडे समाज की वो जिहड़ी खास करके अज तुसीं इत्थे बैठियां ना लड़कियां, लड़के सिर्फ 3 ही बैठे है। सानू सब तो वड्डी जिहड़ी चीज़ दुख होया जिहड़ी चीज़ का वो होया भी साडियां धीआं, साडियां भैणां, साडियां बच्चियां जदों विआह हो के जांदा सी ना उन्हां दा डाइवोर्स हो जांदा सी साल 2 साल च बस। ते उहदा कारण सब तो वड्डा पता की सीगा कि उन्होंने
ਜਦੋਂ ਸਹੁਰੇ ਘਰ ਜਾਂਦੀਆਂ ਸੀਗੀਆਂ ਤੇ ਹਰੇਕ ਇਨਸਾਨ ਇਹ ਚਾਹੁੰਦਾ ਵੀ ਸਾਡੀ ਜਿਹੜੀ ਨੂੰਹ ਆਊਗੀ ਨਾ ਉਹ ਸਾਡੀ ਸੇਵਾ ਕਰੇ, ਤੇ ਸਾਡੀਆਂ ਜਿਹੜੀਆਂ ਬੱਚੀਆਂ ਉਹ ਚਾਹੇ ਜਿੰਨਾ ਮਰਜ਼ੀ ਪੜ੍ਹ ਜਾਣ, ਇੰਜੀਨੀਅਰ ਬਣ ਜਾਣ, ਪਾਇਲਟ ਬਣ ਜਾਣ, ਡਾਕਟਰ ਬਣ ਜਾਣ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਬਣ ਜਾਣ, ਉਹ ਤਾਂ ਵੀ ਉਹਦਾ ਸੱਸ ਸਹੁਰਾ ਚਾਹੁੰਦਾ ਵੀ ਸਾਡੀ ਨੂੰਹ ਸਾਡੀ ਸੇਵਾ ਕਰੇ। ਕਿਉਂਕਿ ਆਪਣਾ ਜਿਹੜਾ ਹਿੰਦੁਸਤਾਨ ਹੈ ਨਾ, ਅਤੇ ਜਿਹਦੇ 'ਚ ਆਪਾਂ ਪੰਜਾਬ 'ਚ ਬੈਠੇ ਆਪਣਾ ਸੂਬਾ, ਇੱਥੇ ਇਹ ਗੱਲ ਪ੍ਰਚਲਿਤ ਹੈ ਵੀ ਨੂੰਹ ਹੀ ਸੇਵਾ ਕਰਦੀ ਹੈ, ਨੂੰਹ ਅਤੇ ਪੁੱਤ ਸੇਵਾ ਕਰਦੇ ਹੁੰਦੇ। ਅਤੇ ਸਾਡੇ ਸਮਾਜ ਦਾ ਇੱਕ ਜਿਹੜਾ ਕੁੜੀਆਂ ਹਿੱਸਾ ਜਿਹੜਾ ਉਹ ਬਹੁਤ ਹੀ ਵਧੀਆ ਅਤੇ ਸਿਆਣਾ ਹਿੱਸਾ ਹੈ, ਔਰ ਸਭ ਤੋਂ ਜ਼ਿਆਦਾ ਹੁਸ਼ਿਆਰ ਆ। ਤੁਸੀਂ ਇਉਂ ਵੇਖੋ, 5ਵੀਂ ਦਾ ਕੋਈ ਪੇਪਰ ਦਾ ਰਿਜ਼ਲਟ ਆ ਜੇ ਬੋਰਡ ਦਾ, 8ਵੀਂ ਦਾ ਆ ਜੇ, 10ਵੀਂ ਦਾ ਆ ਜੇ, +2 ਦਾ ਆ ਜੇ, ਚਾਹੇ ਕਿਸੇ ਕਾਲਜ ਯੂਨੀਵਰਸਿਟੀ ਦਾ ਆ ਜੇ, ਕੁੜੀਆਂ ਨੇ ਕਿਤੇ ਮੁੰਡਿਆਂ ਨੂੰ ਨੇੜੇ ਵੀ ਨਹੀਂ ਲੱਗਣ, ਤਾਂ ਪਹਿਲੀਆਂ ਪੋਜੀਸ਼ਨਾਂ ਆਮ ਤੌਰ 'ਤੇ ਕੁੜੀਆਂ ਦੀਆਂ ਹੀ ਆਉਂਦੀਆਂ, ਇੰਨੀਆਂ ਹੁਸ਼ਿਆਰ ਹੈ। ਪਰ ਕਿੱਥੋਂ ਮਾਰ ਖਾਂਦੀਆਂ ਸੀਗੀਆਂ ਦੂਜੇ ਪਾਸੋਂ। ਹੁਣ ਮੇਰੀਆਂ 2 ਬੇਟੀਆਂ ਹੈ, 1 ਬੇਟਾ ਹੈ। ਅਸੀਂ ਆਪਦੇ ਪਿੰਡ ਜਦੋਂ ਕੈਂਪ ਲਵਾਇਆ ਨਾ ਕੁਕਿੰਗ ਦਾ, ਮੇਰੀ ਬੇਟੀ ਜਿਹੜੀ ਛੋਟੀ ਸੀ ਕਹਿੰਦੀ ਮੈਂ ਤਾਂ ਨਹੀਂ ਜਾਣਾਗਾ ਪਾਪਾ ਇਹ ਉੱਥੇ ਤਾਂ ਕੈਂਪ ਦੇ ਵਿੱਚ। ਮੈਂ ਕਿਉਂ? ਕਹਿੰਦੀ ਇਹ ਮੈਨੂੰ ਨਾਲ ਦੀਆਂ ਕੁੜੀਆਂ ਟੀਚਰਾਂ ਕਰਨਗੀਆਂ, ਕਹਿਣਗੀਆਂ ਤੈਨੂੰ ਤਾਂ ਕੁਛ ਵੀ ਨਹੀਂ ਆਉਂਦਾ ਬਣਾਉਣਾ। ਮੈਂ ਕਿਹਾ ਕੋਈ ਗੱਲ ਨਹੀਂ, ਤੇਰੇ ਨਾਲ ਦੀਆਂ ਹੀ ਹੋਣਗੀਆਂ ਉੱਥੇ, ਜੇ ਤੈਨੂੰ ਕੁਛ ਨਹੀਂ ਆਉਂਦਾ ਉਹ ਕਿਹੜਾ ਮਾਸਟਰ ਡਿਗਰੀ ਲੈ ਕੇ ਆਉਣਗੀਆਂ, ਉਹਨਾਂ ਨੂੰ ਵੀ ਨਹੀਂ ਕੁਛ ਆਉਂਦਾ ਗਾ। ਕਾਰਨ ਪਤਾ ਕੀ ਹੈ? ਕਿਉਂਕਿ ਕੁੜੀਆਂ ਦਾ ਸਾਰਾ ਧਿਆਨ ਕੇਂਦਰ ਜਿਹੜਾ ਹੈਗਾ ਉਹ ਇਹ ਹੈ ਵੀ ਪੜ੍ਹਾਈ 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 ਵਾਲੇ ਪਾਸੇ, ਸਿੱਖਣ ਵਾਲੇ ਪਾਸੇ, ਹੁਸ਼ਿਆਰ ਹੋਣ ਵਾਲੇ ਪਾਸੇ ਕੁੜੀਆਂ ਦਾ ਧਿਆਨ ਜ਼ਿਆਦਾ ਰਹਿੰਦਾ। ਪਰ ਰਸੋਈ ਜਿਹਨੂੰ ਆਪਾਂ ਚੁੱਲ੍ਹਾ ਚੌਂਕਾ ਕਹਿੰਦੇ, ਉਹ ਤੋਂ ਕੁੜੀਆਂ ਥੋੜ੍ਹਾ ਜਿਹਾ ਪਾਸੇ ਹੋਈਆਂ। ਔਰ ਅੱਗੇ ਪਤਾ ਕੀ ਸੀਗਾ? ਅੱਗੇ ਜਿਹੜੀਆਂ ਸਾਡੀਆਂ ਚਾਚੀਆਂ ਤਾਈਆਂ ਸੀ, ਸਾਡੀਆਂ ਬੇਬੇ ਸੀ, ਦਾਦੀਆਂ ਨਾਨੀਆਂ ਸੀਗੀਆਂ, ਉਹ ਪਤਾ ਕੀ ਕਰਦੀਆਂ ਸੀਗੀਆਂ? ਉਹ ਕਹਿੰਦੀਆਂ ਸੀ ਵੀ ਇਹਨੂੰ ਕੜਾਹ ਪ੍ਰਸ਼ਾਦ ਬਣਾਉਣਾ ਆ ਜੇ, ਤੰਦੂਰ ਦੀ ਰੋਟੀ ਆ ਜੇ, ਜਾਂ ਦਾਲ ਸਬਜ਼ੀ ਤੱਕ ਸੀਮਤ ਸੀ। ਉਹ ਚੀਜ਼ਾਂ ਉਹ ਆਮ ਤੌਰ 'ਤੇ ਲੜਕੀਆਂ ਨੂੰ, ਛੋਟੀਆਂ ਨੂੰ ਨਾ, ਜਿਵੇਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਤੱਕ ਉਹ ਸਿਖਾ ਦਿੰਦੀਆਂ, ਅਤੇ ਉਹ ਕੁੜੀਆਂ ਸਿੱਖ ਵੀ ਜਾਂਦੀਆਂ ਸੀ। ਪਰ ਹੁਣ ਅੱਜ ਕੱਲ੍ਹ ਉਹ ਟਰੈਂਡ ਚੇਂਜ ਹੋ ਗਿਆ। ਅਸੀਂ ਕਿਉਂ ਆਏ ਇਸ ਪਾਸੇ ਮੈਂ ਤੁਹਾਨੂੰ ਦੱਸ ਰਿਹਾ। ਅੱਜ ਕੱਲ੍ਹ ਦੇ ਜਵਾਕ ਪਤਾ ਹੀ ਕਹਿੰਦੇ ਆ, ਮੈਂ ਤਾਂ ਜੀ ਬਰਗਰ ਖਾਣੇ ਆ, ਮੈਂ ਤਾਂ ਨੂਡਲ ਖਾਣੇ ਆ, ਮੈਂ ਤਾਂ ਟਿੱਕੀਆਂ ਖਾਣੀਆਂ, ਮੈਂ ਤਾਂ ਆਹ ਖਾਣਾ। ਜਿਹੜੀਆਂ ਚੀਜ਼ਾਂ ਮਤਲਬ ਸਾਡੇ ਪੇਂਡੂ ਔਰਤਾਂ ਨੇ ਸੁਣੀਆਂ ਵੀ ਨਹੀਂ ਹੁੰਦੀਆਂ, ਉਹਦੀ ਫਰਮਾਇਸ਼ ਕਰ ਦਿੰਦੇ ਜਵਾਕ। ਅਤੇ ਪਿੰਡਾਂ ਦੇ ਵਿੱਚ ਕੀ ਹੈ? ਪਿੰਡਾਂ ਦੇ ਵਿੱਚ ਉਹ ਟਿੱਕੀਆਂ ਬਰਗਰ ਆਮ ਤੌਰ 'ਤੇ ਰੇਹੜੀਆਂ ਵਾਲੇ ਵੇਚਦੇ ਫਿਰਦੇ ਹੁੰਦੇ ਆ। ਉਹ ਵਿਚਾਰੇ ਪਤਾ ਨਹੀਂ ਹੱਥ ਧੋਂਦੇ ਕਿ ਨਹੀਂ ਧੋਂਦੇ, ਜਾਂ ਉਹ ਸਫਾਈ ਦਾ ਖਿਆਲ ਰੱਖਦੇ ਕਿ ਨਹੀਂ ਰੱਖਦੇ। ਪਰ ਅਸੀਂ ਫਿਰ ਉਹ ਚੀਜ਼ ਨੂੰ ਚੱਕਿਆ, ਅਸੀਂ ਕਿਹਾ ਵੀ ਕੁੜੀਆਂ ਨੂੰ ਅਸੀਂ ਇਹ ਚੀਜ਼ਾਂ ਸਿਖਾਈਏ। ਸਾਡੇ ਕੋਲ ਟੀਚਰ ਉਪਲਬਧ ਹੋਏ। ਅਸੀਂ ਪਿੰਡਾਂ ਦੇ ਵਿੱਚ, ਗਲੀਆਂ ਮਹੱਲਿਆਂ ਦੇ ਵਿੱਚ, ਜਿੱਥੇ ਸਾਨੂੰ 20 25 30 ਕੁੜੀਆਂ ਮਿਲਦੀਆਂ ਰਹੀਆਂ, ਅਸੀਂ ਅੱਜ ਦੀ ਡੇਟ 'ਚ ਮੈਨੂੰ ਲੱਗਦਾ 25 30 ਹਜ਼ਾਰ ਕੁੜੀ ਤੋਂ ਵੱਧ ਕੁੜੀ ਨੂੰ ਕੁਕਿੰਗ ਦਾ ਸਿਖਾ ਚੁੱਕੇ। ਔਰ ਸਾਡੀਆਂ ਇਸ ਗੱਲ ਮੈਂ ਮਾਣ ਨਾਲ ਦੱਸਣਾ ਚਾਹੁੰਦਾ ਵੀ ਇੱਥੇ ਤਾਂ ਉਹ ਸਫਲ ਹੋਈਆਂ ਹੀ ਹੋਈਆਂ ਆਪਦੇ ਵਿਆਹੁਤਾ ਜੀਵਨ ਦੇ ਵਿੱਚ। ਜਦੋਂ ਕੁੜੀਆਂ ਵਿਆਹ ਕੇ ਅਗਲੇ ਘਰੇ ਜਾਂਦੀਆਂ, ਕਿਉਂਕਿ ਉਹ 2-4 ਚੀਜ਼ਾਂ 5 ਨਵੀਆਂ ਬਣਾ ਕੇ ਸਿਖਾਉਂਦੀਆਂ ਉੱਥੇ ਜਾ ਕੇ। ਅਤੇ ਜਦੋਂ ਕਿਸੇ ਚੀਜ਼ ਮਤਲਬ ਘਰ ਆਪਾਂ ਅਗਲੇ ਦੇ ਆਪਦੇ ਨੰਬਰ ਬਣਾਉਣੇ ਹੁੰਦੇ ਆ, ਅਤੇ ਆਪਾਂ ਕੋਈ ਚੀਜ਼ ਇਹੋ ਜਿਹੀ ਬਣਾਵਾਂਗੇ ਫੇਰ ਹੀ ਨੰਬਰ ਬਣਨਗੇ। ਅਤੇ ਉਹ ਜਦੋਂ ਚੀਜ਼ਾਂ ਬਣਾ ਕੇ ਉੱਥੇ ਦੱਸਦੀਆਂ ਸੀ, ਅਤੇ ਪਤਾ ਹੀ ਕਰਦੇ ਉਹ ਲੋਕ ਕੀ ਕਹਿੰਦੇ ਸੀਗੇ, ਜਿਹੜੇ ਉਹਦੇ ਸਹੁਰੇ ਪਰਿਵਾਰ ਸੀ, ਵੀ ਸਾਡੀ ਤਾਂ ਕੁੜੀ ਬਹੁਤ ਹੀ ਸਿਆਣੀ ਹੈ ਜਿਹੜੀ ਨੂੰਹ ਆਈ ਹੈ, ਇੰਨੀਆਂ ਵਧੀਆ ਚੀਜ਼ਾਂ ਬਣਾਉਂਦੀ ਹੈ। ਕਿਉਂਕਿ ਕਿਸੇ ਨੇ ਤੁਹਾਡੀ ਪੜ੍ਹਾਈ ਨੂੰ ਨਹੀਂ ਵੇਖਣਾ, ਤੁਸੀਂ ਸਰਟੀਫਿਕੇਟ ਨਹੀਂ ਦਿਖਾ ਸਕਦੇ ਐਂ ਕਰਕੇ ਵੀ ਮੈਂ ਭਾਈ ਮਾਸਟਰ ਡਿਗਰੀ ਕੀਤੀ ਫਲਾਣੇ 'ਚ, ਮੈਂ BSc ਕੀਤੀ ਹੈ, ਜਾਂ ਮੈਂ ਆਹ +2 ਕਰਕੇ ਆਈ ਹਾਂ ਨਾ। ਕਿਸੇ ਨੇ ਸਰਟੀਫਿਕੇਟ ਨਹੀਂ ਤੁਹਾਡੇ ਵੇਖਣਾ, ਔਰ ਨਾ ਹੀ ਕਿਸੇ ਨੂੰ ਕੋਈ ਸਰਟੀਫਿਕੇਟ ਦਾ ਮਤਲਬ। ਜੇ ਕੋਈ ਤੁਹਾਡੇ ਸਹੁਰੇ ਘਰੇ ਰਿਸ਼ਤੇਦਾਰ ਆਉਂਦਾ ਹੈ, ਤੁਹਾਡਾ ਪਤੀ ਦਾ ਕੋਈ ਵੀ ਯਾਰ ਦੋਸਤ ਮਿਲਣ ਆਉਂਦਾ, ਜਾਂ ਕੋਈ ਰਿਸ਼ਤੇਦਾਰ ਆਉਂਦਾ, ਉਹਨੇ ਇਹ ਵੇਖਣਾ ਵੀ ਇਸ ਚੀਜ਼ ਕੁੜੀ ਨੇ, ਇਸ ਜਿਹੜੀ ਨੂੰਹ ਹੈ ਇਸ ਘਰ ਦੀ ਨੇ ਕੀ ਬਣਾਇਆ ਅਤੇ ਕਿੰਨਾ ਟੇਸਟੀ ਆ। ਉਹਨੇ ਕੋਈ ਸਰਟੀਫਿਕੇਟ ਨਹੀਂ ਵੇਖਣਾ, ਤੁਹਾਡੀ ਕੋਈ ਪੜ੍ਹਾਈ। ਪਰ ਨਾਲ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਜਦੋਂ ਅਸੀਂ ਇਸ ਪਾਸੇ ਧਿਆਨ ਦਿੱਤਾ, ਔਰ ਸਾਨੂੰ ਥੋੜ੍ਹੇ ਚਿਰ ਬਾਅਦ ਹੀ ਰਿਜ਼ਲਟ ਮਿਲਣੇ ਸ਼ੁਰੂ ਹੋ ਗਏ। ਔਰ ਅਸੀਂ ਇੱਕ ਪਿੰਡ ਦੇ ਵਿੱਚ ਕੈਂਪ ਲਾਇਆ। ਉੱਥੇ ਉਹ ਬੰਦੇ ਨੇ ਸਾਨੂੰ, ਇੱਕ ਰਾਜਸੀ ਲੀਡਰ ਸੀਗਾ ਉਹ ਪਿੰਡ ਰੱਤੀਆਂ ਦੇ ਵਿੱਚ,
ਔਰ ਉਹ ਰੱਤੀਆਂ ਦੇ ਜਿਹੜੇ ਲੀਡਰ ਨੇ ਜਿਹਨੂੰ ਸਾਨੂੰ ਆਪਦੀ ਬਾਅਦ ਦੇ ਵਿੱਚ ਧੰਨਵਾਦ ਕੀਤਾ, ਸਾਡਾ ਮਾਨ ਸਨਮਾਨ ਕੀਤਾ ਔਰ ਬਹੁਤ ਹੀ ਉਹਨੇ ਸ਼ਬਦ ਜਿਹੜੇ ਕਹੇ ਤੁਹਾਡੇ ਨਾਲ ਵੀ ਮੈਂ ਸਾਂਝੇ ਕਰਦਾ। ਉਹ ਕਹਿੰਦਾ ਵੀ ਬਹੁਤ ਤੁਸੀਂ ਪੁੰਨ ਦਾ ਕੰਮ ਕਰ ਰਹੇ ਹੋ, ਲੋਕ ਜਗਰਾਤੇ ਕਰਾਉਂਦੇ ਆ, ਅਖੰਡ ਪਾਠ ਕਰਾਉਂਦੇ ਆ, ਲੋਕ ਲੰਗਰ ਲਾਉਂਦੇ ਆ, ਲੋਕ ਸੇਵਾ ਭਾਵਨਾ ਬਹੁਤ ਕਰਦੇ, ਪਰ ਜਿਹੜੀ ਤੁਸੀਂ ਆਹ ਕਰ ਰਹੇ ਆ ਨਾ ਇਹ ਬਹੁਤ ਵੱਡੀ ਸੇਵਾ ਹੈ। ਕਹਿੰਦਾ ਮੈਂ ਇੱਕ ਕਹਾਣੀ ਦੱਸਦਾ, ਉਹਨੇ ਨਿੱਕੀ ਜੀ ਸਾਨੂੰ ਉੱਥੇ ਦੱਸੀ। ਕਹਿੰਦਾ ਰਾਜਸੀ ਆਗੂ ਹੋਣ ਦੇ ਨਾਤੇ ਮੈਨੂੰ ਕਿਸੇ ਨਾ ਕਿਸੇ ਪ੍ਰੋਗਰਾਮ 'ਚ ਜਾਣਾ ਪੈਂਦਾ। ਇੱਕ ਕੁੜੀ ਅਤੇ ਮੁੰਡੇ ਦਾ ਰਿਸ਼ਤਾ ਟੁੱਟ ਰਿਹਾ ਸੀ, ਵਿਆਹ ਹੋਏ ਨੂੰ ਹਜੇ 4 ਕੁ ਮਹੀਨੇ ਹੋਏ ਸੀ। ਅਤੇ ਕਹਿੰਦਾ ਜਦੋਂ ਮੈਂ ਉੱਥੇ ਗਿਆ ਤਾਂ ਕੁੜੀ ਦੇ ਜਿਹੜੇ ਸੱਸ ਸਹੁਰਾ ਸੀਗੇ, ਮੁੰਡੇ ਦੇ ਮਾਂ-ਬਾਪ ਸੀ, ਉਹਨੇ ਭਰੀ ਪੰਚਾਇਤ 'ਚ ਪਤਾ ਕੀ ਕਿਹਾ ਵੀ ਜਿੱਦਾਂ ਦੀ ਆਈ ਹੈ ਇਹ ਸਾਡੀ ਨੂੰਹ, ਜਾਂ ਤਾਂ ਸੜੀਆਂ ਚੀਜ਼ਾਂ ਖਾਣੇ ਜਾਂ ਕੱਚੀਆਂ ਚੀਜ਼ਾਂ ਖਾਣੇ। ਅਤੇ ਹੁਣ ਤੁਸੀਂ ਪੁੱਛੋਗੇ ਵੀ ਕੀ ਕੀਤਾ, ਆਪਾਂ ਕੀ ਕਰ ਸਕਦੇ ਹਾਂ? ਮੈਂ ਆਪਦੀ ਬੇਟੀ ਨੂੰ ਕੀ ਦੇ ਸਕਦਾ? ਦਾਜ ਦੇ ਸਕਦਾ। ਆਪਣੇ ਇਹ ਚੱਲਦਾ ਨਾ, ਕੁੜੀ ਨੂੰ ਵਰਨਾਕਾਰ ਦਿੱਤੀ ਸੀ, ਅੱਜ ਉਹਦੀ ਕੀਮਤ 12 ਲੱਖ ਰੁਪਈਆ। ਅੱਜ ਜਿਹਨੂੰ ਵਰਨਾਕਾਰ ਮਿਲੀ ਹੋਊ 12 ਲੱਖ ਦੀ, ਉਹਨੂੰ ਸੋਨਾ ਸੱਪਾ ਅਤੇ ਹੋਰ ਕਿੰਨੀਆਂ ਚੀਜ਼ਾਂ ਮਿਲੀਆਂ ਹੋਣਗੀਆਂ। ਇਹ ਗੱਲ ਤੁਸੀਂ ਅੰਦਾਜ਼ਾ ਲਾ ਲਓ। ਅਤੇ 4 ਮਹੀਨਿਆਂ ਬਾਅਦ ਉਹਨਾਂ ਨੇ ਉਹਨੂੰ ਰੱਖਣ ਤੋਂ ਇਨਕਾਰ ਕਰਤਾ ਵੀ ਅਸੀਂ ਨਹੀਂ ਇਹਨੂੰ ਰੱਖ ਸਕਦੇ ਆਪਦੀ ਨੂੰਹ ਨੂੰ। ਅਤੇ ਕਹਿੰਦਾ ਅਸੀਂ ਲੱਖ ਕੋਸ਼ਿਸ਼ਾਂ ਕੀਤੀਆਂ ਵੀ ਦੋਨਾਂ ਦਾ ਰਾਜੀਨਾਮਾ ਹੋ ਜੇ, ਪਰ ਉਹਨਾਂ ਦਾ ਡਾਈਵੋਰਸ ਹੋਇਆ ਔਰ ਡਾਈਵੋਰਸ ਹੋ ਕੇ ਘਰੇ ਆ ਗਏ। ਗੱਲ ਸਿਰਫ ਇੰਨੀ ਹੋਈ ਸੀ ਕਿਉਂਕਿ ਮੁੰਡੇ ਦੇ ਮਾਂ-ਬਾਪ ਚਾਹੁੰਦੇ ਸੀ ਵੀ ਸਾਡੀ ਨੂੰਹ ਸਾਡੀ ਸੇਵਾ ਕਰੇ, ਨਾ ਉਹਦੇ ਸਰਟੀਫਿਕੇਟਾਂ ਨਾਲ ਕੋਈ ਮਤਲਬ, ਨਾ ਕੋਈ ਹੋਰ। ਮੈਂ ਨਾ ਹਰੇਕ ਥਾਂ 'ਤੇ ਕੁੜੀਆਂ ਨਾਲ ਇਹ ਗੱਲ ਸਾਂਝੀ ਕਰਦਾ ਹੁੰਦਾ। ਜਦੋਂ ਮੈਂ ਛੋਟਾ ਜਿਹਾ ਸੀ ਨਾ, ਮੇਰੇ ਨਾਲ ਦੇ ਸਾਥੀ ਜੀ ਕਹਿੰਦੇ ਤੂੰ ਹਰੇਕ ਥਾਂ ਜ਼ਿਕਰ ਕਰਦਾ, ਮੈਂ ਕਰਦਾ ਜ਼ਿਕਰ। ਕਿਉਂ? ਜਿਹੜੀ ਚੀਜ਼ ਆਪਦੇ ਨਾਲ ਬੀਤੀ ਹੋਵੇ ਨਾ ਉਹ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੀਦੀ। ਮੇਰੇ ਭੈਣਾਂ ਸੀ, ਮੇਰੀਆਂ ਤਾਏ ਦੀਆਂ ਲੜਕੀਆਂ, ਮੇਥੋਂ ਵੱਡੀਆਂ ਸੀਗੀਆਂ। ਉਹਨਾਂ ਨੇ ਨਾ ਪਿੰਡ ਦੇ ਵਿੱਚ, ਇੱਥੇ ਮੈਨੂੰ ਲੱਗਦਾ ਭੈਣ ਜੀ ਦਾ ਬੈਠੇ ਆ, ਉਸ ਉਮਰ ਦੇ ਹੋਣਗੇ, ਅਤੇ ਤੁਹਾਨੂੰ ਨਹੀਂ ਪਤਾ ਕਿ ਉਸ ਗੱਲ ਦਾ। ਮੈਨੂੰ ਲੱਗਦਾ ਅੱਗੇ ਨਾ ਕੁੜੀਆਂ, ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀਗਾ, ਅੱਜ ਤੋਂ ਮਤਲਬ 40-45 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ, ਅਤੇ ਕੁੜੀਆਂ ਨੇ ਨਾ ਉਸ ਨੂੰਹ ਤੋਂ ਸਵੈਟਰ ਲੈ ਕੇ ਆਉਣੇ ਜਿਹਦਾ ਡਿਜ਼ਾਈਨ ਵਧੀਆ ਹੁੰਦਾ ਸੀ। ਉਸ ਨੂੰਹ ਤੋਂ, ਪਿੰਡ ਦੀ ਤੋਂ ਦਰੀਆਂ ਲੈ ਕੇ ਆਉਣੀਆਂ ਜਿਹਦੀ ਕੋਈ ਉਹਦੇ ਨਾ ਬੰਨ੍ਹਦੇ ਹੁੰਦੇ ਸੀ, ਉਹਨੂੰ ਕਹਿੰਦੇ ਸੀਗੇ ਸਿਰਾ ਜੇ ਕਰਕੇ ਨਾ ਬੰਨ੍ਹਦੇ ਹੁੰਦੇ ਸੀ ਉਹਨੂੰ, ਹੈਂ। ਹਾਂ, ਅਤੇ ਉਸ ਨੂੰਹ ਤੋਂ ਚਾਦਰ ਲੈ ਕੇ ਆਉਣੀ ਵਧੀਆ ਜੀ ਕਰਨਾ, ਅਤੇ ਵੀ ਜਿਹਦਾ ਡਿਜ਼ਾਈਨ ਵਧੀਆ ਹੋਵੇ। ਉਸ ਨੂੰਹ ਦੇ ਨੰਬਰ ਬਣ ਜਾਂਦੇ ਸੀ ਸਾਰੀਆਂ ਕੁੜੀਆਂ ਦੇ ਵਿੱਚ ਵੀ ਫਲਾਨਿਆਂ ਦੀ ਨੂੰਹ ਆ ਨਾ ਜਿਹੜੀ, ਕਿਉਂਕਿ ਇੱਕ ਦੂਜੇ ਨਾਲ ਸ਼ੇਅਰ ਕਰ ਲੈਂਦੀਆਂ ਸੀਗੀਆਂ ਵੀ ਮੈਂ ਫਲਾਨੇ ਤੋਂ ਚਾਦਰ ਲੈ ਕੇ ਆਈ ਹਾਂ, ਮੈਂ ਫਲਾਨੇ ਦਾ ਸਵੈਟਰ ਲੈ ਕੇ ਆਈ ਹਾਂ, ਮੈਂ ਫਲਾਨੇ ਤੋਂ ਦਰੀਆਂ ਲੈ ਕੇ ਆਈ ਹਾਂ। ਦਰੀਆਂ ਦੇ ਡਿਜ਼ਾਈਨ ਵੀ ਹੁੰਦੇ ਸੀਗੇ ਵਿੱਚ, ਉਹ ਵੀ ਉਹਨਾਂ ਨੇ ਸ਼ੇਅਰ ਕਰਨੇ ਇੱਕ ਦੂਜੇ ਨਾਲ, ਅਤੇ ਉਹ ਆਪਦਿਆਂ 'ਤੇ ਪਾਉਣਾ। ਅਤੇ ਵੇਖੋ ਕੰਮ ਤਾਂ ਉਹ ਨੂੰਹ ਨੇ ਆਪਦੇ ਵਾਸਤੇ ਕੀਤਾ, ਕੁਛ ਉਹਨੇ ਆਪਦੇ ਪਤੀ ਦਾ ਸਵੈਟਰ ਬਣਾ ਲਿਆ, ਆਪਦੇ ਵਾਸਤੇ ਦਰੀਆਂ ਬਣਾ ਲਈਆਂ, ਆਪਦੇ ਵਾਸਤੇ ਚਾਦਰਾਂ ਕੱਢ ਲਈਆਂ, ਅਤੇ ਲਿਆ ਕੇ ਉਹਨੇ ਕੀ ਕੀਤਾ, ਦਾਜ ਜਿੱਦਾਂ ਵਿਆਹ ਕੇ ਆਈ ਹੋਊਗੀ ਉਹ ਟਰੰਕ ਦੇ ਵਿੱਚ ਰੱਖਿਆ, ਪੇਟੀ ਦੇ ਵਿੱਚ ਲਿਆ ਕੇ ਰੱਖਤੇ ਅਤੇ ਆਪਦੇ ਸਹੁਰੇ ਘਰ ਲਿਆ ਕੇ ਰੱਖਤਾ। ਪਰ ਕੀ ਹੋਇਆ ਕਿ ਸਾਡੇ ਸਾਰੇ ਪਿੰਡ ਦੇ ਵਿੱਚ ਉਸ ਨੂੰਹ ਦੇ ਚਰਚੇ ਹੋਣ ਲੱਗੇ ਵੀ ਜਿਹੜੀ ਫਲਾਨਿਆਂ ਦੀ ਨੂੰਹ ਆ ਨਾ ਬੜੀ ਸਚਿਆਰੀ ਹੈ। ਕਿਉਂ ਸਚਿਆਰੀ ਹੈ? ਕਿਉਂਕਿ ਉਹਦਾ ਡਿਜ਼ਾਈਨ ਵਧੀਆ ਸੀ, ਉਹਦਾ ਕੰਮ ਵਧੀਆ ਸੀ। ਜਿਵੇਂ ਸਿਆਣੇ ਨਹੀਂ ਕਹਿੰਦੇ ਵੀ ਘਿਓ ਬਣਾਵੇ ਤੋਰੀਆਂ ਅਤੇ ਵੱਡੀ ਨੂੰਹ ਦਾ ਨਾਂ, ਕਹਿੰਦੇ ਹੁੰਦੇ ਨਾ, ਇਹਦਾ ਅਖਾਣ ਤੁਸੀਂ ਸੁਣਿਆ ਹੋਣਾ। ਜਾਣੀ ਕਿ ਉਸ ਨੂੰਹ ਦੇ ਚਰਚੇ ਸਾਰੇ ਪਿੰਡ ਦੀਆਂ ਕੁੜੀਆਂ ਦੇ ਵਿੱਚ ਇਹ ਹੋਏ, ਫਲਾਨਿਆਂ ਦੀ ਕੁੜੀ ਬਾਹਲੀ ਨੂੰਹ ਬਾਹਲੀ ਸਚਿਆਰੀ ਹੈ। ਕੰਮ ਤੁਸੀਂ ਆਪਦੇ ਵਾਸਤੇ ਕਰਨਾ ਹੈ, ਔਰ ਗੁਣ ਤੁਹਾਡਾ ਸਾਰੇ ਜਾਣੇ ਗਾਉਣ, ਉਸ ਕੰਮ ਦਾ ਸਵਾਦ ਆਉਂਦਾ ਹੈ। ਸੋ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਦਾ, ਕਿਉਂਕਿ ਤੁਸੀਂ ਸਾਡੇ ਇਸ ਸੰਸਥਾ ਦਾ ਹਿੱਸਾ ਹੈ, ਤੁਸੀਂ ਮੈਂਬਰ ਹੋ। ਜਿਵੇਂ ਸਨਿਆਸੀ ਜੀ ਕਹਿ ਗਏ ਨਾ, ਤੁਹਾਡੇ ਸਿਰ 'ਤੇ ਕੰਮ ਚੱਲਣਾ ਹੈ। ਤੁਸੀਂ ਇੱਥੇ ਆਉਣਾ ਜਦੋਂ ਤੁਹਾਡਾ ਮਕਸਦ ਹੋਣਾ ਚਾਹੀਦਾ ਵੀ ਮੈਂ ਸਿੱਖਣਾ ਹੈ। ਜਿਵੇਂ ਇੱਕ ਦੀਵਾ ਆਪਾਂ ਜਗਾ ਦਈਏ ਨਾ ਸਿੱਖ ਨਾਲ, ਉਹਦੇ ਨਾਲ ਚਾਹੇ ਮੁੜ ਕੇ ਸੈਂਕੜੇ ਜਗਾ ਦਿਓ, ਜਗ ਜਾਣਗੇ। ਤੁਸੀਂ ਕੰਮ ਸਿੱਖੋਗੇ ਨਾ, ਔਰ ਤੁਹਾਡਾ ਜਿਹੜਾ ਕੰਮ ਸਿੱਖਿਆ ਵਿਆ ਹੋਇਆ, ਅਸੀਂ ਸਮੇਂ-ਸਮੇਂ 'ਤੇ ਕੁਕਿੰਗ ਦੇ ਵੀ ਇੱਥੇ ਕੈਂਪ ਲਾਵਾਂਗੇ ਜੇ ਤੁਹਾਡੀ ਗਿਣਤੀ ਹੋਗੀ ਨਾ ਟੀਚਰ ਦੇ ਨਾਲ, ਕਿਉਂਕਿ ਸਾਡਾ ਮਕਸਦ ਇਹ ਹੈ ਵੀ ਅਸੀਂ ਕਿਸੇ ਚੀਜ਼ ਤੋਂ ਪੈਸੇ ਇਕੱਤਰ ਕਰਨਾ ਸਾਡਾ ਮਕਸਦ ਨਹੀਂ ਆ। ਸਾਡਾ ਮਕਸਦ ਹੈ ਵੀ ਉਹ ਚੀਜ਼ ਦੇ ਜਿਹੜਾ ਸਾਡਾ ਕੋਈ ਟੀਚਰ ਸਿਖਾਵੇ ਉਹਨੂੰ ਵੀ ਥੋੜ੍ਹੀ ਜਿਹੀ ਪੂੰਜੀ ਮਿਲ ਜੇ, ਅਤੇ ਜਿਹੜੀ ਚੀਜ਼ ਬਣਾਉਣੀ ਹੈ ਕੁਕਿੰਗ ਵਾਸਤੇ
ਉਹਦੇ ਵੀ ਥੋੜ੍ਹੇ ਜਿਹੇ ਪੈਸੇ ਆਪਣੇ ਪੂਰੇ ਹੋਏ, ਹੋਰ ਸਾਡਾ ਕੋਈ ਮਕਸਦ ਨਹੀਂ। ਔਰ ਸਾਡੇ ਇੱਥੋਂ ਦੇ ਬਣਾਏ ਹੋਏ ਸਿੱਖੀਆਂ ਵੀਆਂ ਕੁੜੀਆਂ ਜਿਹੜੀਆਂ, ਇੱਕ ਕੁੜੀ ਸਾਡੇ ਇੱਥੇ ਪਿੱਛੇ ਜਿਹੇ ਆਈ, ਉਹ ਵਿਦੇਸ਼ ਗਈ, ਕੈਨੇਡਾ ਦੇ ਵਿੱਚ ਗਈ, ਔਰ ਉਹਨੂੰ ਇੱਕ ਫੂਡ ਕੰਪਨੀ ਦੇ ਵਿੱਚ ਜੌਬ ਮਿਲਣੀ ਸੀਗੀ। ਉਹਨੇ ਭਰ ਕੇ ਦਿੱਤਾ, ਸਾਰੀਆਂ ਕੁੜੀਆਂ ਨੇ, ਹੋਰਾਂ ਨੇ ਵੀ ਭਰੇ ਹੋਣੇ, ਅਤੇ ਉਹਨੇ ਆਪਣਾ ਇੱਥੋਂ ਦਾ ਸਾਡਾ ਸਰਟੀਫਿਕੇਟ ਵੀ ਵਿੱਚ ਲਾਤਾ ਵੀ ਮੈਂ 15 ਦਿਨ ਦਾ ਕੁਕਿੰਗ ਦਾ ਜਿਹੜਾ ਰੂਰਲ NGO ਕਲੱਬ ਐਸੋਸੀਏਸ਼ਨ ਜਿਹੜਾ ਮੋਗੇ ਤੋਂ, ਪੰਜਾਬ ਦੇ ਵਿੱਚੋਂ, ਇੰਡੀਆ ਦੇ ਵਿੱਚੋਂ 15 ਦਿਨਾਂ ਦਾ ਇੱਕ ਕੁਕਿੰਗ ਦਾ ਕੋਰਸ ਵੀ ਕੀਤਾ ਗਿਆ। ਉਸੇ ਸਰਟੀਫਿਕੇਟ ਦੇ ਬਿਹੇਵ 'ਤੇ ਉਹਨੂੰ ਜੌਬ ਮਿਲ ਗਈ ਉਸ ਫੂਡ ਕੰਪਨੀ 'ਚ। ਵੀ ਘੱਟੋ ਘੱਟ ਇਹ ਦੂਜੀਆਂ ਨੂੰ ਇਹ ਤਾਂ ਚੰਗਾ ਨਾ ਵੀ ਇਹਨੂੰ ਕੁਕਿੰਗ ਬਾਰੇ ਕੁਛ ਜਾਣਕਾਰੀ ਹੈ, ਖਾਣ ਦੀਆਂ ਚੀਜ਼ਾਂ ਬਾਰੇ ਕੁਛ ਜਾਣਕਾਰੀ ਹੈ। ਔਰ ਸਾਡਾ ਇੱਥੇ ਧੰਨਵਾਦ ਕਰਨ ਆਈ ਬਾਅਦ 'ਚ। ਅਸੀਂ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਸਾਰੀਆਂ ਨੂੰ ਜੌਬ ਮਿਲ ਜੂਗੀ, ਵੀ ਤੁਹਾਨੂੰ ਸਾਰੀਆਂ ਨੂੰ ਪੰਜਾਬ ਸਰਕਾਰ ਜਾਂ ਹਿੰਦੁਸਤਾਨ ਦੀ ਸਰਕਾਰ ਦੇ ਨਾ, ਇੱਥੇ ਤਾਂ ਜੌਬ ਤਾਂ ਉਹਨਾਂ ਨੂੰ ਨਹੀਂ ਮਿਲਦੀ ਗੀ ਜਿਨ੍ਹਾਂ ਦੀਆਂ ਮਾਸਟਰ ਡਿਗਰੀਆਂ ਕੀਤੀਆਂ, ਡਿਗਰੀ ਕੀਤੇ ਆ, ਡਿਪਲੋਮੇ ਕੀਤੇ, ਉਹਨਾਂ ਨੂੰ ਨਹੀਂ ਮਿਲਦੀ। ਪਰ ਗੱਲ ਇਹ ਕਰਦੇ ਆ ਵੀ ਤੁਹਾਡਾ ਸਿੱਖਿਆ ਹੋਇਆ ਕੰਮ ਕਿਤੇ ਨਾ ਕਿਤੇ ਕੰਮ ਆਉਂਦਾ, ਤੁਹਾਡੇ ਆਪਦੇ ਕੰਮ ਵਾਸਤੇ, ਤੁਹਾਡੇ ਆਪਦੇ ਪਰਿਵਾਰ ਵਾਸਤੇ, ਔਰ ਤੁਹਾਡੀ ਆਪਦੀ ਜ਼ਿੰਦਗੀ ਦੇ ਵਿੱਚ। ਔਰ ਤੁਸੀਂ ਆਪ ਸਿੱਖੋ ਔਰ ਨਾਲ ਦੂਜਿਆਂ ਨੂੰ ਵੀ ਸਿਖਾਓ, ਕਿਉਂਕਿ ਜਿਹੜੀ ਜਿਵੇਂ ਦੀਵੇ ਦੀ ਲੋ ਹੈ ਨਾ, ਘਟਦੀ ਨਹੀਂ ਵੱਧਦੀ ਹੈ, ਉਵੇਂ ਤੁਹਾਡਾ ਜਿਹੜਾ ਕੰਮ, ਕਿਉਂਕਿ ਹਰੇਕ ਕੰਮ ਦੇ ਵਿੱਚ ਆਪਾਂ ਹੁਣ ਸਿਲਾਈ ਦਾ ਕੰਮ ਕਰਨਾ ਹੋਵੇ ਪ੍ਰੈਕਟਿਸ ਨਾਲ ਹੀ ਹੋਣਾ। ਕੁਕਿੰਗ ਦਾ ਕੰਮ ਕਰਾਂਗੇ, ਹੋ ਸਕਦਾ ਅੱਜ ਲੂਣ ਘੱਟ ਪੈ ਜੇ, ਕੱਲ੍ਹ ਨੂੰ ਮਿੱਠਾ ਵੱਧ ਪੈ ਜੇ, ਜਾਂ ਕੁਛ ਕੱਚਾ ਰਹਿ ਜੇ, ਜਾਂ ਸੜ ਸਕਦਾ। ਪਰ ਜੇ ਆਪਾਂ ਹੌਲੀ ਹੌਲੀ ਆਪਦੇ ਕੰਮ ਦੇ ਵਿੱਚ ਪ੍ਰੈਕਟਿਸ ਕਰਾਂਗੇ, ਫਿਰ ਇੱਕ ਦਿਨ ਆਪਾਂ ਪਰਫੈਕਟ ਹੋ ਜਾਵਾਂਗੇ। ਸੋ ਤੁਹਾਨੂੰ ਵੀ ਮੈਂ ਇਹੀ ਬੇਨਤੀ ਕਰਦਾ ਵੀ ਤੁਸੀਂ ਜੋ ਵੀ ਕੁਛ ਇੱਥੇ ਸਿੱਖਣਾ ਹੈ, ਕੰਪਿਊਟਰ ਦਾ ਸਿੱਖਣ ਆਏ ਹੋ, ਸਿਲਾਈ ਦਾ ਸਿੱਖਣ ਆਏ ਹੋ, ਤੁਸੀਂ ਉਹਦੇ 'ਚ ਪੂਰਾ ਧਿਆਨ ਲਾ ਕੇ, ਠੀਕ ਹੈ ਨਾ, ਸਿੱਖਣਾ, ਔਰ ਜਿੰਨਾ ਹੋ ਸਕਦਾ ਕਿਸੇ ਨੂੰ ਵੀ ਸਿਖਾਉਣਾ। ਔਰ ਤੁਸੀਂ ਜਿਵੇਂ ਸੰਨਿਆਸੀ ਜੀ ਕਹਿ ਕੇ ਗਏ ਆ ਵੀ ਤੁਸੀਂ, ਕਿਉਂਕਿ ਲੜਕੀ ਇੱਕ ਐਸੀ ਚੀਜ਼ ਹੈ ਜਿਹਦਾ ਸਾਡੀ, ਅਸੀਂ ਸਮਝਦੇ ਹਾਂ ਮਰਦ ਪ੍ਰਧਾਨ ਸਮਾਜ ਜਿਹੜਾ ਉਹ ਇਹ ਸਮਝਦਾ ਵੀ ਸਾਡੀ ਇੱਜ਼ਤ ਨਾਲ ਸਭ ਤੋਂ ਜ਼ਿਆਦਾ ਤਾਲੁਕ ਲੜਕੀ ਦਾ ਹੈ। ਸਾਡਾ ਮੁੰਡਾ ਜੋ ਮਰਜ਼ੀ ਕਰਦਾ ਫਿਰੇ, ਕੋਈ ਫਿਕਰ ਨਹੀਂ ਹੋਊਗਾ। ਲੜਕੀ ਜੇ 5-7 ਮਿੰਟ 10 ਮਿੰਟ ਵੀ ਲੇਟ ਹੋ ਜੇ ਨਾ, ਤੇ ਸਾਡੇ ਸਾਰੇ ਘਰਦਿਆਂ ਨੂੰ ਫਿਕਰ ਪੈ ਜਾਂਦਾ। ਸੋ ਤੁਸੀਂ ਬਹੁਤ ਹੀ ਸਿਆਣੀਆਂ ਧੀਆਂ, ਬਹੁਤ ਹੀ ਵਧੀਆ ਕੁੜੀਆਂ, ਤੁਸੀਂ ਇੱਥੇ ਆਉਣਾ, ਇੱਥੇ ਸਿੱਖਣ ਦੇ ਮਕਸਦ ਨਾਲ ਆਉਣਾ ਹੈ, ਔਰ ਸਿੱਖ ਕੇ ਆਰਾਮ ਨਾਲ ਜਾਣਾ, ਤਾਂ ਕਿ ਸਾਡੀ ਜਿਹੜੀ ਸੰਸਥਾ ਹੈ, ਸਾਡੀ ਸੰਸਥਾ ਦੇ 4 ਚੰਨ ਲਾਉਣੇ ਆ ਤੁਸੀਂ। ਇਹ ਨਾ ਹੋਵੇ ਵੀ ਕੱਲ੍ਹ ਨੂੰ ਤੁਹਾਡੇ ਕਰਕੇ ਕਿਸੇ ਵੀ ਤੁਹਾਡੀ ਇੰਨੀ ਜਿਹੀ ਬੁਰਾਈ ਕਰਕੇ ਸਾਡੀ ਇੰਨੀ ਬਦਨਾਮੀ ਹੋਵੇ। ਤੁਹਾਡੇ ਮਾਪੇ ਤੁਹਾਡੇ 'ਤੇ ਮਾਣ ਮਹਿਸੂਸ ਕਰਨ, ਔਰ ਉਦੋਂ ਜ਼ਿਆਦਾ ਅਸੀਂ ਮਹਿਸੂਸ ਕਰੀਏ। ਸੋ ਇਹ ਬੇਨਤੀਆਂ ਜ਼ਰੂਰ ਕਰਦਾ। ਔਰ ਜਿਸ ਤਰ੍ਹਾਂ ਸਾਡੀ ਸੰਸਥਾ ਬਾਰੇ ਤੁਹਾਨੂੰ ਪਤਾ ਹੈ ਕਿ ਅਸੀਂ ਅੱਖਾਂ ਦੇ ਕੈਂਪ ਲਾਉਂਦੇ ਹਾਂ ਸਮੇਂ ਸਮੇਂ 'ਤੇ, ਸਾਡੀ ਆ ਲੈਬ ਚੱਲਦੀ ਹੈ, ਲੈਬ ਬਾਰੇ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਦੱਸਣਾ। ਸਾਡੇ ਕੋਲ ਜਿਹੜੀ ਲੈਬ ਚੱਲਦੀ ਨਾ, ਇਹਦੇ 'ਚ ਬਾਹਰ ਨਾਲੋਂ, ਜੇ ਬਾਹਰ 100 ਰੁਪਏ ਦਾ ਕੋਈ ਟੈਸਟ ਹੈ, ਅਤੇ ਸਾਡੇ ਕੋਲ ਲਗਭਗ 20 ਰੁਪਏ 'ਚ ਹੋ ਜਾਂਦਾ। ਇੱਕ ਮੋਟਾ ਜਿਹਾ ਮੈਂ ਦੱਸਦਾ ਹੁੰਦਾ ਵੀ ECG ਆਪਾਂ ਦਿਲ ਦੀ ਕਰਾਉਂਦੇ ਹਾਂ, ਅਤੇ ਉਹ 150 ਤੋਂ ਲੈ ਕੇ 200 ਰੁਪਏ ਹੈ ਬਾਜ਼ਾਰ ਦਾ ਰੇਟ, ਆਪਣੇ ਕੋਲ ਸਿਰਫ 20 ਰੁਪਏ 'ਚ ਹੋ ਜਾਂਦੀ ਹੈ। ਔਰ ਆਪਾਂ ਆਮ ਤੌਰ 'ਤੇ ਚੈੱਕਅਪ ਹੀ ਨਹੀਂ ਕਰਾਉਂਦੇ ਸਰੀਰ ਦਾ। ਕਿਉਂ ਨਹੀਂ ਕਰਾਉਂਦੇ? ਕਿਉਂਕਿ ਜਿਹੜਾ ਬਿੱਲ ਬਹੁਤ ਵੱਡਾ ਬਣ ਜਾਂਦਾ। ਬਾਹਰਲੇ ਦੇਸ਼ਾਂ 'ਚ ਸਾਰਿਆਂ ਦੇ 'ਚ ਇਹ ਹੈ ਵੀ ਸਾਲ ਬਾਅਦ ਹਰੇਕ ਦਾ ਚੈੱਕਅਪ ਹੁੰਦਾ ਹੈ। ਅਸੀਂ ਬਿੱਲ ਦੇ ਡਰ ਕੇ ਹੀ ਚੈੱਕਅਪ ਨਹੀਂ ਕਰਾਉਂਦੇ, ਪਰ ਅਸੀਂ ਜਦੋਂ ਦੀ ਇਹ ਲੈਬ ਖੁੱਲ੍ਹੀ ਹੈ, ਅਸੀਂ ਸਾਰੇ ਲਗਭਗ ਸਾਰੇ ਟੈਸਟ ਹੀ ਕਰਾਉਂਦੇ ਹਾਂ ਹਰੇਕ ਸਾਲ ਹੀ, ਵੀ ਚਲੋ ਆਪਦੇ ਬਿਮਾਰੀ ਤੋਂ ਬਾਅਦ ਟੈਸਟ ਕਰਾਉਣ ਨਾਲੋਂ ਪਹਿਲਾਂ ਹੀ ਕਰਾ ਲਈਏ, ਆਪਾਂ ਉਸ ਚੀਜ਼ ਤੋਂ ਬਚ ਸਕਦੇ ਹਾਂ। ਸੋ ਤੁਸੀਂ ਜਿੰਨੇ ਵੀ ਤੁਹਾਡੇ ਕੋਈ ਰਿਸ਼ਤੇਦਾਰ ਹੈ, ਕੋਈ ਨੇੜਦੇ ਹੈ, ਕੋਈ ਚਾਚੇ ਤਾਏ ਨੇੜੇ ਜੋ ਵੀ ਹੈਗੇ, ਉਹਨਾਂ ਨੂੰ ਵੀ ਇਹਦੇ ਬਾਰੇ ਜ਼ਰੂਰ ਦੱਸਣਾ, ਕਿਉਂਕਿ ਉਹ ਵੀ ਫਾਇਦਾ ਖੱਟ ਲੈਣ ਔਰ ਤੁਹਾਡਾ ਵੀ ਉਹ 'ਚ ਫਾਇਦਾ ਹੋਊਗਾ। ਤੁਸੀਂ ਕੋਈ ਚੰਗਾ ਕੰਮ ਕਰਨ ਲੱਗੇ ਆ, ਤੁਹਾਨੂੰ ਚੰਗੇ ਕੰਮ ਦੇ ਵਿੱਚ ਤੁਹਾਨੂੰ ਖੁਸ਼ੀ ਮਹਿਸੂਸ ਹੋਊਗੀ ਵੀ ਜੀ ਕਿਸੇ ਦੇ 4 ਪੈਸੇ ਬਚਾਏ ਆ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਇਹੀ ਤੁਹਾਨੂੰ ਬੇਨਤੀ ਕਰਦਾ ਕਿ ਚੰਗਾ ਸਿੱਖੋ ਅਤੇ ਚੰਗੇ ਨੂੰ ਗਾਂ ਇੰਪਲੀਮੈਂਟ ਵੀ ਕਰੋ ਆਪਣੀ ਜ਼ਿੰਦਗੀ ਦੇ ਵਿੱਚ, ਫਿਰ ਫਾਇਦਾ। ਨਹੀਂ ਤਾਂ ਆਪਣੇ ਪਿੰਡਾਂ ਦੇ ਵਿੱਚ ਪਤਾ ਹੀ ਹੁੰਦਾ, ਬਹੁਤ ਇਨਸਾਨ ਐਸੇ ਹੈ, ਕੁੜੀਆਂ ਵੀ ਮੁੰਡੇ ਵੀ ਜਿਹੜੇ ਪੜ੍ਹੇ ਲਿਖੇ ਬਹੁਤ ਹੈ, ਔਰ ਉਹਨਾਂ ਦਾ ਨਾ ਤਾਂ ਘਰਦਿਆਂ ਨੂੰ ਕੋਈ ਫਾਇਦਾ ਹੈ, ਨਾ ਗਲੀ ਮਹੱਲੇ ਨੂੰ ਕੋਈ ਫਾਇਦਾ, ਅਤੇ ਨਾ ਪਿੰਡ ਵਾਲਿਆਂ ਨੂੰ ਕੋਈ ਫਾਇਦਾ। ਅਤੇ ਕਈ ਪੜ੍ਹੇ ਲਿਖੇ ਤਾਂ ਹਿਸਾਬ ਦੇ ਹੀ ਆ, ਪਰ ਕੰਮ ਚੰਗਾ ਕਰਦੇ ਆ, ਉਹਨਾਂ ਨੂੰ ਉਹਦੇ ਘਰਦਿਆਂ ਦਾ ਵੀ ਫਾਇਦਾ ਹੈ, ਬਹੁਤ ਚੰਗਾ ਸਮਝਦੇ ਉਹਨੂੰ, ਔਰ ਗਲੀ ਮਹੱਲੇ ਵਾਲੇ ਵੀ ਉਹਨੂੰ ਕਹਿੰਦੇ ਵੀ ਇਹ ਬਹੁਤ ਵਧੀਆ ਬੰਦਾ, ਇਹਨੂੰ ਮੈਂਬਰ ਪੰਚਾਇਤ ਬਣਾਓ, ਸਰਪੰਚ ਬਣਾਓ। ਮਤਲਬ ਜਿਹੜਾ ਵੀ ਕੋਈ ਚੀਜ਼ ਤੁਹਾਡੇ ਕੋਲ ਚੰਗੀ ਆਉਂਦੀ ਨਾ, ਉਹਨੂੰ ਵਰਤੋ ਵੀ,
ਔਰ ਆਪ ਵੀ ਵਰਤੋ ਔਰ ਸਮਾਜ 'ਚ ਵੀ ਵਰਤੋ, ਤਾਂ ਤੁਹਾਡਾ ਫਾਇਦਾ। ਜੇ ਆਪਾਂ ਇਕੱਲੇ ਹੁਣ ਜਿਵੇਂ ਧਾਰਮਿਕ ਪਣ ਆਪਾਂ ਕਹਿੰਦੇ ਨੇ ਰੱਬ ਮਿਲੂਗਾ ਜੀ, ਮੈਂ ਗੁਰਦੁਆਰੇ ਜਾਊਂਗਾ, ਮੈਂ ਮੰਦਰ ਜਾਊਂਗਾ, ਮੈਂ ਮਸਜਿਦ ਜਾਊਂਗਾ, ਠੀਕ ਹੈ ਨਾ, ਮੈਂ ਚਰਚ ਜਾਊਂਗਾ ਫੇਰ ਮਿਲੂਗਾ, ਉਹ ਕਿਤੇ ਨਹੀਂ ਬੈਠਾ ਗਾ ਔਰ ਨਾ ਹੀ ਉਹਨੂੰ ਲੱਭਣ ਦੀ ਲੋੜ ਹੈ। ਆਮ ਤੌਰ 'ਤੇ ਆਪਾਂ ਭਜਦੇ ਹਾਂ, ਕੋਈ ਕਹਿੰਦਾ ਮੈਂ ਆਹ ਸ਼ਬਦ ਕਰ ਲਾਂ, ਕੋਈ ਕਹਿੰਦਾ ਮੈਂ ਆਹ ਸ਼ਬਦ ਪੜ੍ਹ ਲਾਂ, ਕੋਈ ਕਹਿੰਦਾ ਮੈਂ ਆਹ ਆਰਤੀ ਗਾ ਲਾਂ, ਕੋਈ ਕਹਿੰਦਾ ਮੈਂ ਆਹ ਬਾਬੇ ਨੇ ਮੈਨੂੰ ਸ਼ਬਦ ਦਿੱਤਾ ਮੈਂ ਆਹ ਪੜ੍ਹ ਲਾਂ। ਉਹ ਹੈ ਹੀ ਕਿਤੇ ਨਹੀਂ ਗਾ, ਕਿਤੇ ਨਹੀਂ ਗਾ, ਉਹ ਆਪਣੇ ਅੰਦਰ ਹੀ ਹੈ। ਮੱਛੀ ਵਾਲੀ ਗੱਲ ਆ ਉਹ। ਮੱਛੀ ਨੇ ਕਿਹਾ ਸੀ ਨਾ ਕਿਸੇ ਨੂੰ, ਮੈਨੂੰ ਇੱਕ ਉਹਦੀ ਚੇਤੇ ਆ ਗਈ ਇੱਕ ਸੰਤ ਮਹਾਤਮਾ ਦੀ ਗੱਲ। ਮੱਛੀ ਨੂੰ ਕਿਸੇ ਨੇ ਕਿਹਾ ਸੀਗਾ, ਮੱਛੀ ਨੇ ਕਿਹਾ ਸੀ ਕਿਸੇ ਨੂੰ ਵੀ ਮੈਨੂੰ ਪਾਣੀ ਦਿਖਾਓ, ਤੇ ਕੋਈ ਸੀਗਾ ਸ਼ਰਾਰਤੀ ਅਨਸਰ, ਉਹ ਕਹਿੰਦਾ ਪਾਣੀ ਦਿਖਾਉਣ ਦੀ ਕਿੱਡੀ ਗੱਲ। ਉਹਨੇ ਮੱਛੀ ਨੂੰ ਫੜਿਆ ਐਂ ਕਰਕੇ ਬਾਹਰ, ਕਹਿੰਦਾ ਪਾਣੀ। ਜਦੋਂ ਪਾਣੀ ਦਿਖਾਉਣ ਲੱਗਿਆ ਮੱਛੀ ਤੜਫਣ ਲੱਗ ਗਈ, ਫਿਰ ਵਿੱਚੇ ਡਿੱਗ ਪਈ ਉਹਦੇ। ਮੱਛੀ ਪਾਣੀ ਨਹੀਂ ਦੇਖ ਸਕਦੀ ਗੀ, ਕਿਉਂ? ਪਾਣੀ ਤੋਂ ਬਾਹਰ ਆ ਕੇ ਦਿਸੂਗੀ ਨਾ ਉਹ ਪਾਣੀ। ਉਵੇਂ ਹੀ ਆਪਾਂ ਪਰਮਾਤਮਾ ਨੂੰ ਲੱਭਦੇ ਦਾ ਫਿਰਦੇ ਹਾਂ, ਪਰਮਾਤਮਾ ਦੇ ਨਾਲ ਆਪਾਂ ਹੈ ਹੀ ਨਹੀਂ ਗੇ, ਆਪਣੇ ਅੰਦਰ ਹੀ ਹੈ ਸਾਰਾ ਕੁਛ। ਸੋ ਆਪਾਂ ਜਿਹੜੇ ਡਫੂੰਗ ਨਾ ਕਰੀਏ, ਆਪਾਂ ਜ਼ਿਆਦਾ ਜਜ਼ਬਾਤੀ ਨਾ ਹੋਈਏ। ਜਿਹੜੀ ਵੀ ਚੀਜ਼ ਹੋਣੀ ਹੈ ਚੰਗਾ ਕਰੋ, ਜਿੰਨਾ ਤੁਸੀਂ ਚੰਗਾ ਕਰੋਗੇ, ਜਿੰਨਾ ਕਿਸੇ ਦਾ ਭਲਾ ਕਰੋਗੇ, ਜਿੰਨਾ ਕਿਸੇ ਦਾ ਵਧੀਆ ਕਰ ਲਓਗੇ, ਓਨਾ ਵਧੀਆ ਹੋਊਗਾ ਤੁਹਾਡਾ। ਤੁਹਾਨੂੰ ਕਿਸੇ ਕੋਈ ਇੱਛਾ ਕਰਨ ਦੀ ਲੋੜ ਨਹੀਂ। ਸੋ ਇਸ ਆਸ ਨਾਲ ਕਿ ਤੁਸੀਂ ਇੱਥੇ ਸਾਡੀ ਸੰਸਥਾ ਦੇ ਵਿੱਚ ਜਿਹੜੇ ਨਵੇਂ ਜਿੰਨੀਆਂ ਵੀ ਕੁੜੀਆਂ ਆਈਆਂ, ਉਹਨਾਂ ਨੂੰ ਇਹੀ ਬੇਨਤੀ ਹੈ ਅਸੀਂ, ਕਿਉਂਕਿ ਇੱਕ ਤਾਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ, ਜੇ ਕੋਈ ਟੀਚਰ ਵੀ ਮੰਗੇ ਜਾਂ ਸਾਡਾ ਕੋਈ ਮੈਂਬਰ ਵੀ ਮੰਗੇ, ਕੋਈ ਸਾਡਾ ਜਿਹੜਾ ਇੱਕ ਕੋਰਸ ਹੈ ਨਾ ਜਿਹੜਾ ਕੰਪਿਊਟਰ ਅਤੇ ਸਿਲਾਈ, ਇਹ ਫ੍ਰੀ ਆਫ ਕੋਸਟ। ਜਿਹੜਾ ਸਾਡਾ ਪਾਰਲਰ ਦਾ ਉਹਦੇ ਅਸੀਂ ਇੱਕ ਸੀਮਿਤ ਪੈਸੇ ਆ ਥੋੜ੍ਹੇ ਜਿਹੇ, ਉਹਦੀ ਅਸੀਂ ਰਸੀਦ ਦਿੰਦੇ ਹਾਂ, ਠੀਕ ਹੈ ਨਾ। ਇਸੇ ਤਰ੍ਹਾਂ ਜੇ ਕੁਕਿੰਗ ਦਾ ਵੀ ਲਵਾਂਗੇ, ਕੁਕਿੰਗ ਦੀਆਂ ਜੇ ਕੁੜੀਆਂ ਤਿਆਰ ਹੁੰਦੀਆਂ ਤਾਂ ਅਸੀਂ ਥੋੜ੍ਹੇ ਜਿਹੇ ਪੈਸੇ, ਜਿਹਦੇ ਨਾਲ ਸਾਡਾ ਉਹ ਮਟੀਰੀਅਲ ਤਿਆਰ ਹੋਣਾ ਅਤੇ ਜਿਹੜਾ ਟੀਚਰ ਨੂੰ ਦੇਣਾ, ਕਿਉਂਕਿ ਉਹ ਵੀ ਸਾਡੇ ਰੂਰਲ NGO ਕੋਲੈਬੋਰੇਸ਼ਨ ਵੱਲੋਂ ਹੈ, ਉਹੀ ਅਸੀਂ ਸਰਟੀਫਿਕੇਟ ਦਿੰਦੇ ਹਾਂ, ਔਰ ਉਹ ਵੀ ਅਸੀਂ ਥੋੜ੍ਹਾ ਹੀ ਲਵਾਂਗੇ, ਹੋਰ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਵੀ ਪੈਸਾ ਨਹੀਂ ਦੇਣਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਇਸ ਆਸ ਨਾਲ ਕਿ ਤੁਸੀਂ ਵਧੀਆ ਸਿੱਖੋਗੇ ਔਰ ਵਧੀਆ ਇਸ ਨੂੰ ਇੰਪਲੀਮੈਂਟ ਕਰੋਗੇ, ਵਧੀਆ ਢੰਗ ਨਾਲ 6 ਮਹੀਨੇ ਪੂਰੇ ਕਰੋਗੇ, ਔਰ ਸਾਡੇ ਮੈਂਬਰ ਬਣ ਕੇ, ਸਾਡੀਆਂ ਅੱਖਾਂ ਬਣ ਕੇ ਤੁਸੀਂ ਕੰਮ ਕਰੋਗੇ। ਜਦੋਂ ਵੀ ਕਿਤੇ ਸਾਡਾ ਕੈਂਪ ਹੁੰਦਾ, ਆਈ ਕੈਂਪ ਹੁੰਦਾ ਜਾਂ ਕੋਈ ਹੋਰ ਹੁੰਦਾ, ਅਸੀਂ ਬਲੱਡ ਦੇ ਕੈਂਪ ਲਾਉਂਦੇ ਹਾਂ, ਆਈ ਕੈਂਪ ਲਾਉਂਦੇ ਹਾਂ, ਉਹਦੇ 'ਚ ਵੀ ਸਾਡੀ ਮਦਦ ਕਰੋਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।